ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਭੀਮ ਚੰਦ ਦਾ ਵਜ਼ੀਰ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਇਆ। ਭੀਮ ਚੰਦ ਵੱਲੋਂ ਸਤਿਗੁਰਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਬਿਨੈ ਕੀਤੀ ਅਤੇ ਸਤਿਗੁਰੂ ਸਾਹਿਬਾਂ ਦੇ ਤਾਈਂ ਵਜ਼ੀਰ ਨੇ ਬੇਨਤੀ ਕਰਦਿਆਂ ਕਿਹਾ ਕਿ ਜਦ ਭੀਮ ਚੰਦ ਆਵੇ ਤੇ ਆਪ ਜੀ ਉਸ ਦਾ ਸਤਿਕਾਰ ਕਰਿਓ। ਸੁਣ ਕੇ ਨੇੜਿਓਂ ਹੀ ਮਾਮਾ ਕਿਰਪਾਲ ਚੰਦ ਜੀ ਬੋਲੇ ਤੇ ਕਹਿਣ ਲੱਗੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਸ਼ਰਧਾ ਦੇ ਨਾਲ ਆਵੇਗਾ ਉਹਦਾ ਸਤਿਕਾਰ ਕਿਉਂ ਨਹੀਂ ਹੋਵੇਗਾ ਭਾਈ? ਜ਼ਰੂਰ ਹੋਵੇਗਾ। ਸੋ ਸਤਿਗੁਰਾਂ ਵੱਲੋਂ ਅਨੁਮਤੀ ਮਿਲੀ ਤੇ ਵਜ਼ੀਰ ਨੇ ਭੀਮ ਚੰਦ ਨੂੰ ਜਾ ਕੇ ਦੱਸਿਆ ਤੇ ਭੀਮ ਚੰਦ ਆਪਣੀ ਸੈਨਾ ਸੈਨਾਨੀ ਅਤੇ ਸਿਪਹ ਸਲਾਰ ਮੁਸਾਹਿਬ ਸਭਾ ਸਦਾ ਵਜ਼ੀਰਾਂ ਦੇ ਸੰਯੁਕਤ ਇਹ ਤਿਆਰ ਹੋਇਆ ਤੇ ਚਾਲੇ ਪਾਏ ਸ੍ਰੀ ਅਨੰਦਪੁਰ ਸਾਹਿਬ ਨਗਰੀ ਵੱਲ ਨੂੰ। ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਨਿਕਟ ਭੀਮ ਚੰਦ ਕਹਿਲੂਰੀਆ ਰਾਜਾ ਆ ਪਹੁੰਚਿਆ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਹੁੰਚਾ ਗੁਰੂ ਢੇਗਾ ਨਾਰਾ ਸੁਧ ਦੀਨਾ। ਜਿਸ ਵੇਲੇ ਅਨੰਦਪੁਰ ਸਾਹਿਬ ਨਗਰੀ ਦੇ ਕੋਲ ਭੀਮ ਚੰਦ ਪਹੁੰਚਿਆ ਤੇ ਆਪਣੇ ਇੱਕ ਸੇਵਕ ਨੂੰ ਸਤਿਗੁਰਾਂ ਵੱਲ ਆਪਣੇ ਆਉਣ ਦੀ ਖਬਰ ਦੇਣ ਵਾਸਤੇ ਭੇਜਿਆ ਹੈ। ਭੀਮ ਚੰਦ ਦਾ ਸੇਵਕ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਇਆ ਤੇ ਆ ਕੇ ਉਸਨੇ ਸੂਚਨਾ ਦਿੱਤੀ ਹੈ, ਖਬਰ ਦਿੱਤੀ ਹੈ। ਨੰਦ ਚੰਦ ਤਬ ਭੇਜਨ ਕੀਨ। ਜਦੋਂ ਭੀਮ ਚੰਦ ਦੇ ਆਉਣ ਦੀ ਖਬਰ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਲੱਗੀ ਹੈ ਤੇ ਸਤਿਗੁਰਾਂ ਨੇ ਆਪਣੇ ਦੀਵਾਨ ਭਾਈ ਨੰਦ ਚੰਦ ਨੂੰ ਭੇਜਿਆ। ਜਾਹੋ ਅਗਰ ਸਨਮਾਨਤ ਅਨਹੋ। ਹੇ ਭਾਈ ਨੰਦ ਚੰਦ, ਤੁਸੀਂ ਜਾਓ ਗੁਰੂ ਘਰ ਵੱਲੋਂ ਅੱਗੋਂ ਜਾ ਕੇ ਤੇ ਭੀਮ ਚੰਦ ਦਾ ਸਨਮਾਨ ਕਰੋ। ਆਸ਼ੇ ਥਾਨ ਉਤਾਰਨ ਠਾਨਹੁ। ਸੋਹਣੇ ਤੇ ਉਚਿਤ ਅਸਥਾਨ ਤੇ ਭੀਮ ਚੰਦ ਦਾ ਪੜਾ ਲਗਵਾਓ। ਗੁਰ ਘਰ ਤੇ ਬਹੁ ਰਸਤ ਪੁਚਾਵਹੁ। ਫਿਰ ਗੁਰੂ ਘਰ ਤੋਂ ਬੇਅੰਤ ਰਸਤਾਂ ਬਸਤਾਂ ਜਿਹੜੀਆਂ ਉਹ ਭੇਜ ਦਿਓ। ਰੇਤ ਮਿਸ਼ਟਾਨ ਅਦਕ ਲੈ ਜਾਵਹੁ। ਘਿਓ ਲੈ ਜਾਓ, ਮਿੱਠਾ ਖੰਡ ਅਥਵਾ ਗੁੜ ਆਦਿ ਇਹ ਸਮੱਗਰੀਆਂ ਲੈ ਜਾਓ।
ਵਾਹਿਨ ਗਾਨ ਕੋ ਦੇਹੋ ਤ੍ਰਿਣ ਦਾਨਾ। ਫਿਰ ਜਿਹੜੇ ਵਾਹਣ ਹਨ ਘੋੜੇ ਹਾਥੀ ਆਦ, ਜੋ ਉਹਨਾਂ ਨੂੰ ਘਾਹ ਦਾਣਾ ਆਦ ਇਹ ਵੀ ਸਮੱਗਰੀਆਂ ਦਿਓ। ਬਿਨ ਜਾਚੇ ਪਹੁੰਚਾਏ ਮਹਾਨਾ। ਬਿਨਾ ਮੰਗੇ ਤੋਂ ਬੇਅੰਤ ਰਸਤਾਂ ਬਸਤਾਂ ਜਿਹੜੀਆਂ ਉਹ ਭੀਮ ਚੰਦ ਦੇ ਕੋਲ ਭੇਜ ਦਿੱਤੀਆਂ ਜਾਣ। ਲਿਹੋ ਮਾਤਲ ਕੋ ਸੰਗਰ ਲਾਏ। ਤੇ ਮਾਮਾ ਜੀ ਨੂੰ ਵੀ ਨਾਲ ਲੈ ਜਾਓ। ਨੰਦ ਚੰਦ ਜੀ ਜਾਣ ਲੱਗਿਆ ਮਾਮਾ ਜੀ ਨੂੰ ਵੀ ਆਪਣੇ ਨਾਲ ਹੀ ਲੈ ਜਿਓ। ਇਹ ਸਦਨ ਨਰ ਪਠਹ ਬੁਲਾਏ। ਮਾਮਾ ਜੀ ਘਰੇ ਹੋਣੇ ਆ, ਸਵੇਰੇ ਆਏ ਸੀ ਇੱਥੇ ਤੇ ਮੁੜ ਕੇ ਚਲੇ ਗਏ ਆ ਤੇ ਹੁਣ ਘਰੇ ਹੋਣੇ ਮਾਮਾ ਜੀ। ਕੋਈ ਮਨੁੱਖ ਭੇਜੋ ਤੇ ਮਾਮਾ ਜੀ ਨੂੰ ਘਰੋਂ ਸੱਦ ਲਓ ਤੇ ਆਪਣੇ ਨਾਲ ਲੈ ਜਾਓ। ਨੰਦ ਚੰਦ ਸੁਨ ਹੁਕਮ ਸਿਧਾਰਾ। ਸਤਿਗੁਰਾਂ ਦਾ ਹੁਕਮ ਸੁਣਿਆ, ਭਾਈ ਨੰਦ ਚੰਦ ਜੀ ਚੱਲ ਪਏ। ਤਾਬ ਕਿਰਪਾਲ ਤਤਕਾਲ ਹਕਾਰਾ। ਤੇ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਛੇਤੀ ਨਾਲ ਘਰੋਂ ਸੱਦ ਲਿਆ। ਚੜੇ ਤੁਰੰਗਨ ਪਰ ਜੁਗ ਚਾਲੇ। ਦੋਵੇਂ ਤੁਰੰਗਨ ਘੋੜਿਆਂ ਤੇ ਸਵਾਰ ਹੋ ਕੇ ਤੇ ਚੱਲ ਪਏ। ਕਿਤਕ ਸੌਰਨ ਲੈ ਸੰਗ ਨਾਲੇ। ਕਿਤਨੇ ਕੁ ਸਵਾਰ ਘੋੜ ਸਵਾਰ ਜਿਹੜੇ ਨਾਲ ਸੰਗੀ ਸਾਥੀ ਵੀ ਲਏ ਐ। ਮਿਲੇ ਨ੍ਰਿਪਤ ਕੇ ਹੋਏ ਅਗਵਾਈ। ਅੱਗੋਂ ਜਾ ਕੇ ਤੇ ਰਾਜੇ ਭੀਮ ਚੰਦ ਨੂੰ ਮਿਲਿਆ। ਖੁਸ਼ੀ ਗੁਰੂ ਕੀ ਜਾਏ ਸੁਨਾਈ। ਸਤਿਗੁਰਾਂ ਦੀਆਂ ਖੁਸ਼ੀਆਂ ਭੀਮ ਚੰਦ ਨੂੰ ਸੁਣਾਈਆਂ। ਵੇਖ ਕਰ ਭੀਮ ਚੰਦ ਹਰਖਾਇਓ। ਤੇ ਸਤਿਗੁਰਾਂ ਵੱਲੋਂ ਅੱਗੋਂ ਸਤਿਕਾਰ ਵਾਸਤੇ ਆਏ ਨੰਦ ਚੰਦ ਸਤਿਗੁਰਾਂ ਦੇ ਮਾਮਾ ਕਿਰਪਾਲ ਚੰਦ ਜੀ ਵੇਖ ਕੇ ਭੀਮ ਚੰਦ ਬੜਾ ਖੁਸ਼ ਹੋਇਆ। ਕਰਤੇ ਬਾਤ ਆਨੰਦਪੁਰ ਆਇਓ। ਇਉਂ ਵਾਰਤਾਲਾਪ ਕਰਦਿਆਂ ਗੱਲਾਂ ਬਾਤਾਂ ਕਰਦਿਆਂ ਹੋਇਆਂ ਤੇ ਕ੍ਰਮਦਰ ਚੱਲਦਿਆਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਆ ਪਹੁੰਚੇ। ਕਰਿਓ ਨਵੇਸ਼ ਬੇਸ਼ ਇਸ ਥਾਨਾ। ਜਿਹੜਾ ਸ੍ਰੇਸ਼ਟ ਸਥਾਨ ਸੀ ਉੱਥੇ ਮਾਮਾ ਕਿਰਪਾਲ ਚੰਦ ਜੀ ਤੇ ਨੰਦ ਚੰਦ ਜੀ ਨੇ ਭੀਮ ਚੰਦ ਦਾ ਪੜਾਅ ਲਗਵਾਇਆ। ਸੋਹਣੇ ਸਥਾਨ ਤੇ ਭੀਮ ਚੰਦ ਟਿਕਿਆ। ਖਾਨ ਪਾਨ ਕਰਵਾਏ ਇਸ਼ਨਾਨਾ। ਇਸ਼ਨਾਨ ਪਾਣ ਵੀ ਕਰਵਾਇਆ, ਭਾਵ ਜਲ ਆਦਿ ਦੀ ਸਾਰੀ ਜਿਹੜੀ ਸੁੱਖ ਸੁਵਿਧਾ ਸੀ ਉਹ ਵੀ ਦਿੱਤੀ ਗਈ। ਤੇ ਜਲ ਪਾਣੀ ਵਾਸਤੇ ਭੋਜਨ ਪ੍ਰਸ਼ਾਦੇ ਵਾਸਤੇ ਰਸਤਾਂ ਵਸਤਾਂ ਜਿਹੜੀਆਂ ਉਹ ਵੀ ਭੇਜੀਆਂ ਗਈਆਂ। ਵਾਹਨ ਕੋ ਸਭ ਦੀਨ ਆਹਾਰਾ। ਅਤੇ ਜਿਹੜੇ ਵਾਹਨ ਸਨ ਉਹਨਾਂ ਨੂੰ ਵੀ ਆਹਾਰ ਦਿੱਤਾ ਗਿਆ। ਜੋ ਜੋ ਜੈਸੇ ਘੋੜਿਆਂ ਨੂੰ ਘਾਹ ਦਾਣਾ ਆਦਿ। ਤੇ ਜਿਸ ਹਾਥੀ ਤੇ ਭੀਮ ਚੰਦ ਆਇਆ ਕੁਝ ਨਾਲ ਹੋਰ ਵੀ ਹੈ, ਉਹਨਾਂ ਨੂੰ ਵੀ ਜੋ ਉਹਨਾਂ ਦੇ ਖਾਣ ਪੀਣ ਦਾ ਸਮਾਜ ਹੈ ਸਮੱਗਰੀ ਹੈ, ਜੈਸੇ ਪਿੱਪਲ ਆਦਿ ਦੇ ਟਾਹਣੇ ਵੱਢ ਕੇ ਅੱਗੋਂ ਰੱਖ ਦਿੱਤੇ ਗਏ। ਇਸੇ ਪ੍ਰਕਾਰ ਕੋ ਗੰਨਾ ਆਦਿ ਜਿਹੜਾ ਉਹ ਰੱਖ ਦਿੱਤਾ ਗਿਆ। ਹਰ ਤਰ੍ਹਾਂ ਦੀ ਜਿਹੜੀ ਹੈ ਉਹ ਸਹੂਲਤ ਦਿੱਤੀ ਗਈ। ਸਰਬ ਸੰਗ ਨ੍ਰਿਪ ਮੁਦਤ ਉਦਾਰਾ। ਤੇ ਸਾਰਿਆਂ ਦੇ ਸੰਯੁਗਤ ਜਿੰਨਿਆਂ ਨੂੰ ਨਾਲ ਲੈ ਕੇ ਆਇਆ ਹੈ ਭੀਮ ਚੰਦ, ਸਾਰਿਆਂ ਦੇ ਸਹਿਤ ਬੜਾ ਮੁਦਤ ਹੈ, ਬੜਾ ਪ੍ਰਸੰਨ ਹੈ। ਸੁਖ ਸੋ ਸੁਪਤੇ ਰਾਤ ਬਿਤਾਈ। ਸੁਖ ਪੂਰਵਕ ਵਿਸ਼ਰਾਮ ਕੀਤਾ ਤੇ ਰਾਤ ਗੁਜ਼ਾਰੀ। ਪੁਨ ਭੁਨ ਸਾਰ ਪਿਖੀ ਹੋਏ ਆਈ। ਤੇ ਫਿਰ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ।
ਸੌਚ ਇਸ਼ਨਾਨ ਦੋਹਿਨ ਦੇਸ਼ ਹੋਏ। ਦੋਨੋਂ ਹੀ ਤਰਫ ਇੱਧਰ ਅੰਮ੍ਰਿਤ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਵੀ ਉੱਠ ਕੇ ਸ਼ੌਚ ਕਿਰਿਆ ਕਰ ਇਸ਼ਨਾਨ ਪਾਣ ਕੀਤਾ ਹੈ। ਉਧਰ ਦਿਨ ਉਦੇ ਹੋਣ ਤੋਂ ਭੀਮ ਚੰਦ ਵੀ ਜਿਹੜਾ ਹੈ ਉਹ ਵੀ ਤਿਆਰ ਹੋਇਆ ਹੈ। ਬਸਨ ਬੇਭੂਖਨ ਧਰ ਸਭ ਕੋਏ। ਸਾਰਿਆਂ ਨੇ ਹੀ ਇੱਧਰ ਸਤਿਗੁਰਾਂ ਨੇ ਵੀ ਸੋਹਣੇ ਬਸਤਰ ਸ਼ਸਤਰ ਤੇ ਗਹਿਣੇ ਧਾਰੇ ਹੈ। ਉਧਰ ਭੀਮ ਚੰਦ ਵੀ ਸੋਹਣੇ ਸ਼ਾਹੀ ਪੁਸ਼ਾਕ ਤੇ ਸ਼ਸਤਰਾਂ ਨਾਲ ਸੁਸੱਜਿਤ ਹੋਇਆ ਹੈ। ਸੋਨਾ ਸ਼੍ਰੀ ਗੁਜਰੀ ਅਦਕ ਆਨੰਦਤ। ਮਾਤਾ ਗੁਜਰੀ ਜੀ ਨੂੰ ਪਤਾ ਲੱਗਾ ਕਿ ਭੀਮ ਚੰਦ ਮਿਲਣ ਵਾਸਤੇ ਆ ਰਿਹਾ ਹੈ ਤੇ ਮਾਤਾ ਜੀ ਬਹੁਤ ਖੁਸ਼ ਹਨ, ਬਹੁਤ ਪ੍ਰਸੰਨ। ਕਿਉਂ? ਭੈ ਸੀ ਕਿ ਭੀਮ ਚੰਦ ਸੈਨਾ ਲੈ ਕੇ ਆਵੇਗਾ, ਕਿਉਂਕਿ ਨਗਾਰੇ ਦੀ ਜਿਹੜੀ ਇਹ ਆਵਾਜ਼ ਹੈ ਇਹ ਭੀਮ ਚੰਦ ਨਹੀਂ ਸੁਣੇਗਾ ਤੇ ਉਹ ਈਰਖਾ ਦੀ ਅੱਗ ਵਿੱਚ ਸੜਦਾ ਹੋਇਆ ਹਰ ਤਰ੍ਹਾਂ ਦੇ ਨਾਲ ਗੁਰੂ ਘਰ ਦੀ ਵਿਰੋਧਤਾ ਕਰਕੇ ਉਹ ਸੈਨਾ ਲੈ ਕੇ ਆਵੇਗਾ ਤੇ ਜੰਗ ਛਿੜ ਜਾਵੇਗੀ। ਇਹੋ ਜਿਹੀਆਂ ਗੱਲਾਂ ਮਸੰਦਾਂ ਨੇ ਮਾਤਾ ਜੀ ਦੇ ਮਨ ਦੇ ਵਿੱਚ ਪਾ ਦਿੱਤੀਆਂ ਹੋਈਆਂ ਸਨ, ਜਿਨ੍ਹਾਂ ਕਾਰਨ ਮਾਤਾ ਜੀ ਭੈ ਭੀਤ ਸਨ। ਜਦ ਹੁਣ ਮਾਤਾ ਜੀ ਨੂੰ ਪਤਾ ਲੱਗਾ ਕਿ ਭੀਮ ਚੰਦ ਸਤਿਗੁਰਾਂ ਨੂੰ ਮਿਲਣ ਵਾਸਤੇ ਆ ਰਿਹਾ ਤੇ ਸ਼ਰਧਾ ਨਾਲ ਆ ਰਿਹਾ ਤੇ ਮਾਤਾ ਜੀ ਬੜੇ ਖੁਸ਼ ਹਨ। ਸੋਤ ਮਹਿਮਾ ਲੱਖ ਨਾਵ ਗੁਰ ਬੰਦਤ। ਆਪਣੇ ਪੁੱਤਰ ਦੀ ਵੱਧਦੀ ਹੋਈ ਮਹਿਮਾ ਤੇ ਤੇਜ ਪ੍ਰਤਾਪ ਨੂੰ ਵੇਖ ਕੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਮਾਤਾ ਜੀ ਬੰਦਨਾ ਕਰਦੇ ਐ। ਸਭਾ ਥਾਨ ਕੋ ਗੁਰ ਚਲ ਆਏ। ਸਤਿਗੁਰੂ ਜੀ ਤਿਆਰ ਹੋ ਕੇ ਤੇ ਜਿੱਥੇ ਸਭਾ ਵਾਲਾ ਸਥਾਨ ਹੈ, ਦੀਵਾਨ ਵਾਲਾ ਸਥਾਨ ਹੈ, ਉਸ ਅਸਥਾਨ ਤੇ ਪਾਤਸ਼ਾਹ ਆਏ। ਅਨਕ ਬਰਨ ਕੇ ਫਰਸ਼ ਵਿਛਾਏ। ਜਿੱਥੇ ਅਨੇਕ ਰੰਗਾਂ ਦੇ ਫਰਸ਼ ਜਿਹੜੇ ਗਲੀਚੇ ਐ, ਚਟਾਈਆਂ ਉਹ ਵਿਛਾਈਆਂ ਹੋਈਆਂ। ਚਾਰ ਸਿੰਘਾਸਨ ਪਰ ਚੜ ਥਿਰੇ। ਤੇ ਚਾਰ ਕਹੀਏ ਸੁੰਦਰ ਗੁਰਤਾ ਸਿੰਘਾਸਨ ਦੇ ਉੱਪਰ ਸਤਿਗੁਰੂ ਜੀ ਚੜ ਕੇ ਤੇ ਸਥਿਰ ਭਾਵ ਟਿਕ ਗਏ, ਬੈਠ ਗਏ। ਸੁਣ ਸਭ ਲੋਕ ਆਏ ਬੋ ਕਰੇ। ਤੇ ਸੁਣ ਕੇ ਸਭ ਸਿੱਖ ਸੰਗਤਾਂ ਆ ਪਹੁੰਚੀਆਂ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਇਸ ਤਰ੍ਹਾਂ ਦੀਵਾਨ ਵਿੱਚ ਆ ਕੇ ਗੁਰਤਾ ਸਿੰਘਾਸਨ ਤੇ ਸੁਸ਼ੋਭਿਤ ਹੋਣਾ ਸੁਣ ਕੇ ਗੁਰੂ ਦਰਸ਼ਨ ਅਭਿਲਾਖੀ ਸੰਗਤਾਂ ਜਿਹੜੀਆਂ ਉਹ ਆ ਪਹੁੰਚੀਆਂ। ਸ਼ੁਭਤ ਸਭਾ ਸਭ ਪੂਰਨ ਹੋਈ। ਤੇ ਸਾਰੀ ਸਭਾ ਬੜੀ ਸ਼ੋਭ ਰਹੀ ਹੈ ਅਤੇ ਸਾਰਾ ਦੀਵਾਨ ਸੰਗਤ ਦੇ ਨਾਲ ਭਰ ਗਿਆ ਹੈ। ਰਾਜ ਸਮਾਜ ਪ੍ਰਦੀਪਤ ਸੋਈ। ਤੇ ਰਾਜ ਦਾ ਜਿਹੜਾ ਸਮਾਜ ਹੈ, ਸਮੱਗਰੀ ਹੈ, ਉਹ ਪ੍ਰਦੀਪਤ ਨਾਮ ਪਰ ਵਿਸ਼ੇਸ਼ ਕਰਕੇ ਪ੍ਰਕਾਸ਼ਿਤ ਹੋ ਰਹੀ ਹੈ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦਾ ਜਿਹੜਾ ਜੋ ਜਲਾਲ ਹੈ ਉਹ ਰਾਜਿਆਂ ਦੇ ਸਮਾਜਵਤ ਪ੍ਰਕਾਸ਼ ਰਿਹਾ ਹੈ। ਉਸੇ ਰਾਜਿਆਂ ਵਾਂਗੂ ਤਖਤ ਲੱਗਾ ਹੈ ਦਮਦਮਾ ਸਾਹਿਬ। ਤਖਤ ਦੇ ਉੱਪਰ ਗੁਰਤਾ ਸਿੰਘਾਸਨ ਤੇ ਸੁਸ਼ੋਭਿਤ ਹਨ। ਚੋਬਦਾਰ ਖਲੋਤੇ, ਚਵਰਦਾਰ ਖਲੋਤੇ ਐ, ਛਤਰ ਝੂਲ ਰਿਹਾ ਹੈ। ਸਮਰਾਟਾਂ ਦੇ ਸਮਰਾਟ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਸ਼ੋਭਾ ਪ੍ਰਦੀਪਤ ਕਹੀਏ ਪ੍ਰਕਾਸ਼ਿਤ ਹੋ ਰਹੀ ਹੈ। ਕੰਚਨ ਸ਼ਰੀਦਾਰ ਗਨ ਖਰੇ। ਜਿਹੜੇ ਸ਼ਰੀਦਾਰ ਕਹੀਏ ਚੋਬਦਾਰ, ਸੋਨੇ ਦੀਆਂ ਸੁਨਹਿਰੀ ਚੋਬਾਂ ਤੇ ਚੋਬਾਂ ਵਿੱਚ ਵੀ
ਨਗ ਜੜੇ ਹੋਏ ਹਨ। ਐਸੀਆਂ ਸੁਨਹਿਰੀ ਚੋਬਾਂ ਪਕੜ ਕੇ ਚੋਬਦਾਰ ਜਿਹੜੇ ਆ ਉਹ ਗਣ ਬਹੁਤੇ ਦੋ ਤੇ ਸਿੰਘਾਸਣ ਦੇ ਕੋਲ ਹੀ ਖਲੋਤੇ ਆ ਚੋਬਦਾਰ। ਦੋ ਚੋਬਦਾਰ ਬਾਹਰ ਦਰਵਾਜ਼ੇ ਤੇ ਖਲੋਤੇ ਆ। ਦੀਵਾਨ ਦਾ ਦਰਵਾਜ਼ਾ ਜਿਹੜਾ ਫਿਰ ਜਿਹੜਾ ਸ਼ੇਰ ਦਰਵਾਜ਼ਾ ਵੱਡਾ ਦਰਵਾਜ਼ਾ ਹੈ ਉਥੇ ਵੀ ਚੋਬਦਾਰ ਖਲੋਤੇ ਹੋਏ ਹਨ। ਸੋ ਇਸ ਤਰ੍ਹਾਂ ਗਣ ਬਹੁਤੇ ਚੋਬਦਾਰ ਖਲੋਤੇ ਹੈ ਤੇ ਚੋਬਾਂ ਵੀ ਸੁਨਹਿਰੀ ਫੜੀਆਂ ਹੋਈਆਂ। ਸੂਰਜਮੁਖੀ ਉਭਾਰਨ ਕਰੇ। ਫਿਰ ਸੂਰਜਮੁਖੀਏ ਜਿਹੜੇ ਆ ਉਹ ਵੀ ਉਭਾਰਨ ਕੀਤੇ ਹੋਏ ਕੱਢੇ ਹੋਏ ਆ ਤੇ ਕੱਢ ਕੇ ਉਹ ਵੀ ਸਿੱਖਾਂ ਦੇ ਹੱਥ 'ਚ ਪਕੜਵਾ ਕੇ ਤੇ ਸਿੰਘਾਸਣ ਦੇ ਸੱਜੇ ਤੇ ਖੱਬੇ ਪਾਸੇ ਦੋ ਸਿੱਖ ਉਹ ਸਤਿਗੁਰਾਂ ਖਿਲਾਰੇ ਹੋਏ ਐ। ਚਾਮਰ ਚਾਰ ਬਾਰ ਬਹੁ ਢੋਰਤ। ਸੁੰਦਰ ਚੌਰ ਵਾਰੰਵਾਰ ਗੁਰਾਂ ਦੇ ਸੀਸ ਤੇ ਝੁੱਲ ਰਿਹਾ। ਦੋ ਚਬਰਦਾਰ ਗੁਰਸਿੱਖ ਸੱਜੇ ਖੱਬੇ ਖਲੋਤੇ ਆ ਤੇ ਗੁਰਾਂ ਦੇ ਸੀਸ ਤੇ ਚੌਰ ਕਰ ਰਹੇ ਆ। ਬਿਸਦ ਮਰਾਲਨ ਕੀ ਦੋਤ ਚੋਰਤ। ਐਸੇ ਚਿੱਟੇ ਕੇਸਾਂ ਵਾਲੇ ਚੌਰ ਹੈ ਜਿਹੜੇ ਉਜਵਲ ਹੰਸਾਂ ਦੀ ਸ਼ੋਭਾ ਨੂੰ ਵੀ ਚੁਰਾਉਂਦੇ ਐ। ਹੰਸ ਬੜੇ ਚਿੱਟੇ ਹੁੰਦੇ ਐ ਪਰ ਇਹ ਚਵਰ ਹੰਸਾਂ ਦੇ ਨਾਲੋਂ ਵੀ ਚਿੱਟੇ ਐ। ਸੁਨਹਿਰੀ ਮੁੱਠੇ ਹਨ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਨਗ ਜੜੇ ਹੋਏ ਹਨ। ਚੋਬਦਾਰ ਮੋਹਰ ਜਿਹੜੇ ਚਵਰਦਾਰ ਹੈ ਵਾਰੰਵਾਰ ਗੁਰਾਂ ਦੇ ਸੀਸ ਤੇ ਚਵਰ ਕਰ ਰਹੇ ਐ। ਪਠਿਓ ਮਸੰਦ ਹਕਾਰਨ ਰਾਜਾ। ਐਸੇ ਸਮਰਾਟਾਂ ਦੇ ਸਮਰਾਟ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਰਾਜਨ ਮੈਂ ਰਾਜਾ ਰਾਜਿਆਂ ਵਿੱਚੋਂ ਰਾਜੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਤਦੋਂ ਇਸ ਤਰ੍ਹਾਂ ਸ਼ਸ਼ੋਭਤ ਬੈਠੇ ਆ ਸਿੰਘਾਸਣ ਤੇ ਰਾਜੇ ਨੂੰ ਹਕਾਰਨ ਵਾਸਤੇ ਸੇਵਕ ਭੇਜਿਆ। ਕਹੀ ਆਨ ਸੁਧ ਦਰਸ਼ਨ ਕਾਜਾ। ਤੇ ਸੇਵਕ ਨੇ ਜਾ ਕੇ ਤੇ ਰਾਜੇ ਨੂੰ ਸੁਧ ਦਿੱਤੀ ਖਬਰ ਦਿੱਤੀ ਹੈ ਕਿ ਰਾਜਨ ਗੁਰਾਂ ਦੇ ਦਰਸ਼ਨ ਜਿਹੜੇ ਆ ਉਹ ਤੁਸੀਂ ਕਰ ਸਕਦੇ ਹੋ। ਇਹ ਗੁਰਾਂ ਦੇ ਦਰਸ਼ਨਾਂ ਦਾ ਕਾਰਜ ਜਿਹੜਾ ਆ ਕੇ ਕਰੋ। ਯਾਦ ਕਰਤ ਚਲਿਆ ਹੈ ਅਬ ਪਾਸਾ। ਸਤਿਗੁਰੂ ਜੀ ਯਾਦ ਕਰ ਰਹੇ ਹਨ ਤੇ ਹੁਣ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ। ਰਹਿ ਸਤਿਗੁਰੂ ਜਨ ਕੀ ਆਸਾ। ਜੋ ਸਤਿਗੁਰੂ ਜੀ ਆਪਣੇ ਜਨਾਂ ਦੀ ਆਪਣੇ ਸੇਵਕਾਂ ਦੀ ਆਪਣੇ ਪਿਆਰਿਆਂ ਦੀ ਆਸ ਪੂਰਨ ਕਰਦੇ ਐ। ਭੀਮ ਚੰਦ ਹੋਏ ਰਹਿਓ ਤਿਆਰੀ। ਤੇ ਅੱਗੋਂ ਭੀਮ ਚੰਦ ਵੀ ਤਿਆਰ ਹੀ ਸੀ। ਬੈਠਿਓ ਤੋ ਪ੍ਰਤੀਖਣ ਧਾਰੀ। ਉਹ ਵੀ ਬੈਠਾ ਸੀ ਤੇ ਉਡੀਕ ਰਿਹਾ ਸੀ ਕਦੋਂ ਸਤਿਗੁਰਾਂ ਵੱਲੋਂ ਸੁਨੇਹਾ ਆਵੇ ਤੇ ਮੈਂ ਸਤਿਗੁਰਾਂ ਦੇ ਕੋਲ ਜਾਵਾਂ। ਆਏ ਹਕਾਰਨ ਗਮਨ ਹੈ ਤਹਾਂ। ਜਿਸ ਵੇਲੇ ਸਤਿਗੁਰਾਂ ਦਾ ਸੁਨੇਹਾ ਲੈ ਕੇ ਸਿੱਖ ਆਇਆ ਤੇ ਸੁਣ ਕੇ ਭੀਮ ਚੰਦ ਸਤਿਗੁਰਾਂ ਵੱਲ ਚੱਲ ਪਿਆ। ਬੈਠੇ ਦਰਸ਼ਨ ਦੇ ਹੈ ਜਹਾਂ। ਜਿੱਥੇ ਬੈਠ ਕੇ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਦਰਸ਼ਨ ਦੇ ਰਹੇ ਆ ਸੰਗਤਾਂ ਨੂੰ। ਪੁੰਜ ਮੁਸਾਹਿਬ ਲੈ ਕਰ ਸਾਥੇ। ਸਮੂਹ ਜਿਹੜੇ ਮੁਸਾਹਿਬ ਹੈ ਮੁਸਾਹਿਬ ਨਾਮ ਸਭਾ ਸਦ ਜਿਹੜੇ ਇਹਦੀ ਸਭਾ ਵਿੱਚ ਬਹਿੰਦੇ ਆ ਨਾ ਵਜ਼ੀਰ ਮੰਤਰੀ ਦੀਵਾਨ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਭੀਮ ਚੰਦ ਚੱਲ ਪਿਆ। ਅਪਰ ਸੁਬਟ ਜਿਨ ਆਯੁਧ ਹਾਥੇ। ਹੋਰ ਵੀ ਸੂਰਮੇ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਪਕੜੇ ਹੋਏ ਆ ਉਹ ਵੀ ਨਾਲ ਲਏ। ਗਮਨਿਓ ਬੋਲਤ ਸੰਗ ਵਜ਼ੀਰ। ਆਪਣੇ ਵਜ਼ੀਰਾਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ ਭੀਮ ਚੰਦ ਚੱਲ ਪਿਆ।
ਸ਼ਸਤਰ ਵਿਭੂਖਨ ਚੀਰ ਸ਼ਰੀਰ। ਸੋਹਣੇ ਬਸਤਰ, ਸੋਹਣੇ ਗਹਿਣੇ ਤੇ ਸੋਹਣੇ ਸ਼ਸਤਰ ਤਨ ਸਰੀਰ ਤੇ ਧਾਰਨ ਕੀਤੇ ਐ। ਬਹੁ ਮੋਲੇ ਧਾਰਤ ਚਲ ਆਏ। ਬਹੁ ਮੋਲੇ ਬਸਤਰ ਸ਼ਸਤਰ ਧਾਰਨ ਕਰਕੇ ਤੇ ਭੀਮ ਚੰਦ ਚੱਲ ਕੇ ਆਇਆ। ਗੁਰ ਸਨ ਸਿੱਖਨ ਭਨਿਓ ਸੁਨਾਏ। ਇੱਧਰ ਸਤਿਗੁਰਾਂ ਦੇ ਤਾਈ ਗੁਰਾਂ ਦੇ ਹਜ਼ੂਰੀ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਸੁਣਾ ਕੇ ਕਿਹਾ, ਪ੍ਰਭ ਜੀ ਗਿਰਪਤ ਮਤ ਕੇ ਕਾਚੇ। ਇਹ ਕਲਗੀਧਰ ਪਾਤਸ਼ਾਹ, ਜਿਹੜੇ ਇਹ ਪਹਾੜੀ ਰਾਜੇ ਐ ਇਹ ਮੱਤ ਦੇ ਕੱਚੇ ਐ। ਪਹਾੜੀ ਰਾਜੇ ਜਿਹੜੇ ਐ ਇਹਨਾਂ ਦਾ ਕੋਈ ਜ਼ਮੀਰ ਨਹੀਂ ਹੈ। ਕਪਟ ਅਨੇਕ ਵਿਦਨ ਮਹਿ ਰਾਚੇ। ਇਹਨਾਂ ਦਾ ਮਨ ਅਨੇਕ ਤਰ੍ਹਾਂ ਦੇ ਕਪਟ ਜਿਹੜੇ ਛਲ ਹੈ ਉਹਨਾਂ ਦੇ ਵਿੱਚ ਰਚਿਆ ਰਹਿੰਦਾ। ਹਰ ਵੇਲੇ ਹੀ ਇਹ ਛਲ ਫਰੇਬ ਤੇ ਛੜਯੰਤਰ ਰਚਨਾ ਜਾਣਦੇ ਐ। ਏਨ ਪਰ ਬਹੁ ਵਿਸ਼ਵਾਸ ਨਾ ਕੀਜੈ। ਸੋ ਇਹ ਸਤਿਗੁਰੂ ਜੀ, ਇਹਨਾਂ ਪਹਾੜੀ ਰਾਜਿਆਂ ਦੇ ਉੱਪਰ ਆਪ ਜੀ ਬਹੁਤਾ ਵਿਸ਼ਵਾਸ ਨਾ ਕਰਿਓ। ਅੰਤਰ ਚਮੋ ਨਾ ਆਵਨ ਦੀਜੈ। ਤੇ ਇਹਨਾਂ ਦੀ ਚਮੂ ਫੌਜ ਨੂੰ ਆਪ ਦੀਵਾਨ ਵਿੱਚ ਅੰਦਰ ਨਾ ਆਉਣ ਦਿਓ, ਕਿਉਂਕਿ ਭੀਮ ਚੰਦ ਫੌਜ ਵੀ ਨਾਲ ਹੀ ਲਿਆ ਰਿਹਾ ਤੇ ਆਪ ਜੀ ਫੌਜ ਨੂੰ ਦੀਵਾਨ ਵਿੱਚ ਨਾ ਪ੍ਰਵੇਸ਼ ਕਰਨ ਦਿਓ। ਜਿਤਕ ਮੁਸਾਹਿਬ ਆਨਹਿ ਸਾਥ। ਜਿੰਨੇ ਉਹਦੇ ਮਸਹਿਬ ਭੀਮ ਚੰਦ ਦੇ ਸਭਾ ਸਾਧ ਹੈ ਉਹਨਾਂ ਨੂੰ ਆਪਣੇ ਨਾਲ ਲੈ ਆਵੇ, ਪਰ ਜਿਹੜੇ ਸ਼ਸਤਰਧਾਰੀ ਸਿਪਾਹੀ ਹਨ ਉਹਨਾਂ ਨੂੰ ਦੀਵਾਨ ਵਿੱਚ ਨਾ ਲਿਆਉਣ ਦਿਓ। ਦਰਸਹਨਾਥ ਧਰੇ ਪਦ ਮਾਥ। ਤੇ ਆਪ ਜੀ ਦੇ ਚਰਨਾਂ ਤੇ ਮਸਤਿਸ਼ਟ ਰੱਖ ਕੇ ਸਵਾਮੀ ਸਤਿਗੁਰਾਂ ਦੇ ਦਰਸ਼ਨ ਜਿਹੜੇ ਉਹ ਕਰ ਲਵੇ। ਲੱਖ ਆਸ਼ੈ ਬਹੁ ਦਾਸਨ ਕੇਰਾ। ਬਹੁਤ ਗੁਰਸਿੱਖਾਂ ਦਾ ਸਤਿਗੁਰੂ ਤਥਾ ਗੁਰੂ ਘਰ ਦੀ ਜਿਹੜੀ ਸੁਰੱਖਿਆ ਹੈ ਉਸ ਦੇ ਸੰਬੰਧੀ ਇਹ ਆਸ਼ਾ ਹੈ, ਇਹ ਮਨ ਦੀ ਮਨਸ਼ਾ ਸਿੱਖਾਂ ਦਾਸਾਂ ਸੇਵਕਾਂ ਦੀ ਜਾਣ ਕੇ। ਕਲਗੀ ਧਰ ਬੋਲੇ ਤਿਸ ਬੇਰਾ। ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਬੋਲੇ, ਸਤਿਗੁਰੂ ਜੀ ਕਹਿਣ ਲੱਗੇ, ਸੈਨ ਸਮੇਤ ਜੇ ਅੰਤਰ ਆਵਹਿ। ਸਤਿਗੁਰੂ ਜੀ ਕਹਿਣ ਲੱਗੇ ਕਿ ਗੁਰਸਿੱਖੋ, ਜੇ ਭਲਾ ਭੀਮ ਚੰਦ ਸੈਨਾ ਸੰਯੁਕਤ ਦੀਵਾਨ ਵਿੱਚ ਆ ਵੀ ਜਾਵੇ, ਕਹਾਂ ਬਿਗਾਰ ਸਕਹਿ ਕਿਆ ਪਾਵਹਿ। ਉਹ ਸਾਡਾ ਕੀ ਵਿਗਾੜ ਲਵੇਗਾ ਤੇ ਕੀ ਹਾਸਲ ਕਰ ਲਵੇਗਾ। ਨਾ ਉਹ ਸਾਡਾ ਕੁਝ ਵਿਗਾੜ ਸਕਦਾ ਹੈ ਤੇ ਨਾ ਹੀ ਉਹਨੂੰ ਕੁਝ ਹਾਸਲ ਹੋ ਸਕਦਾ ਹੈ। ਕਿਆ ਵਿਸ਼ਵਾਸ ਤਿਨਹੁ ਤੇ ਕਰੈ। ਤੇ ਉਹਨਾਂ ਦੇ ਉੱਤੇ ਵਿਸ਼ਵਾਸ, ਵਿਸ਼ਵਾਸ ਵਿਸਵੇ ਵਾਸ ਨਾਮ ਸੰਸਾ, ਭਾਵ ਉਹਨਾਂ ਦੇ ਉੱਤੇ ਅਸੀਂ ਕੀ ਸੰਸਾ ਕਰੀਏ, ਕਿ ਅਸੀਂ ਸ਼ੱਕ ਵਾਲੀ ਦ੍ਰਿਸ਼ਟੀ ਭੀਮ ਚੰਦ ਜਾਂ ਉਹਦੇ ਨਾਲ ਦੇ ਸੰਗੀ ਸਾਥੀਆਂ ਤੇ ਰੱਖੀਏ, ਜਦ ਕਿ ਭਾਵੇਂ ਜਦੇ ਪੀਓ ਛੜਯੰਤਰ ਤੇ ਛਲ ਫਰੇਬ ਕਰਨ ਵਾਲਾ ਹੀ ਹੋਵੇ ਜਾਂ ਹੈ, ਪਰ ਅਸੀਂ ਕਿਉਂ ਐਸਾ ਜਿਹੜਾ ਸੰਸ਼ਾ ਹੈ, ਸ਼ੱਕ ਹੈ, ਇਹ ਅਸੀਂ ਕਿਉਂ ਧਾਰਨ ਕਰੀਏ, ਜਦ ਕਿ ਅਸੀਂ ਬੇਖੌਫ ਹਾਂ, ਅਸੀਂ ਬੇਪਰਵਾਹ ਹਾਂ ਤੇ ਜਾਣਦੇ ਹਾਂ ਕਿ ਕਰਤੇ ਦੇ ਹੁਕਮ ਤੋਂ ਬਿਨਾ ਕੁਝ ਹੋਇਆ ਨਹੀਂ ਤੇ ਕਰਤੇ ਦੇ ਹੁਕਮ ਬਿਨਾ ਕੁਝ ਹੋ ਨਹੀਂ ਰਿਹਾ ਤੇ ਕਰਤੇ ਦੇ ਹੁਕਮ ਬਿਨਾ ਕੁਝ ਹੋਣਾ ਵੀ ਨਹੀਂ ਹੈ। ਫਿਰ ਅਸੀਂ ਕਿਉਂ ਭੈ ਰੱਖੀਏ, ਕਿਉਂ ਅਗਲੇ ਤੇ ਸੰਸਾ ਕਰੀਏ। ਗਾਨ ਮ੍ਰਿਗ ਤੇ ਕਿਆ ਕੀ ਹਰ ਡਰੈ। ਤੇ ਫਿਰ ਬੱਬਰ ਸ਼ੇਰ ਜੇ ਹਿਰਨਾਂ ਦੇ ਝੁੰਡ ਵਿੱਚ ਵੀ ਤੁਰਿਆ ਫਿਰੇ,
ਜਾਂ ਬੱਬਰ ਸ਼ੇਰ ਦੇ ਇਰਦ ਗਿਰਦ ਹਿਰਨਾਂ ਦਾ ਝੁੰਡ ਵੀ ਆ ਕੇ ਘੇਰਾ ਪਾ ਲਵੇ ਤੇ ਸ਼ੇਰ ਨੂੰ ਕਿਸ ਗੱਲ ਦਾ ਭੈ ਹੈ? ਸ਼ੇਰ ਕਿਸ ਗੱਲੋਂ ਭੈ ਭੀਤ ਹੋਵੇ? ਆਵਨ ਦੇਹੋ ਸਭ ਸਭਾ ਮਝਾਰੀ। ਸੋ ਜੇ ਆਉਂਦਾ ਆਪਣੀ ਫੌਜ ਸੰਯੁਗਤ ਭੀਮ ਚੰਦ ਤੇ ਉਹਨੂੰ ਆਉਣ ਦਿਓ। ਕਹਾਂ ਦੁਰਨ ਕਰ ਹੈ ਬਲ ਭਾਰੀ। ਤੇ ਕਹਾਂ ਕਿੱਥੇ ਉਹ ਜਿਹੜੇ ਕਹਾਂ ਦੁਰਨ, ਕਿੱਥੇ ਉਹ ਦੁਰਨ ਨਾਮ ਲੁਕ ਕੇ ਤੇ ਭਾਰੀ ਬਲ ਵਿਖਾ ਸਕਣਗੇ। ਸੋ ਉਹਨਾਂ ਦੇ ਬਲ ਦਾ ਸਾਨੂੰ ਕੋਈ ਭੈ ਨਹੀਂ ਹੈ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ। ਸਿੰਘ ਪੌਰ ਇਤਨੇ ਮਹਿ ਆਇਓ। ਹਲੇ ਸੰਗੀ ਸਿੱਖਾਂ ਨਾਲ ਗੁਰਾਂ ਦੇ ਇਸ ਸੰਬੰਧੀ ਬਚਨ ਹੋ ਹੀ ਰਹੇ ਸਨ ਕਿ ਜਿਹੜਾ ਸਿੰਘ ਪੌਰ ਸੀ, ਵੱਡਾ ਸ਼ੇਰ ਦਰਵਾਜ਼ਾ ਸੀ, ਉੱਥੇ ਭੀਮ ਚੰਦ ਆ ਪਹੁੰਚਿਆ। ਭਟਨ ਸਹਿਤ ਅੰਤਰ ਪ੍ਰਵਸ਼ਾਇਓ। ਆਪਣੇ ਸੂਰਮਿਆਂ ਸੰਯੁਗਤ ਦੀਵਾਨ ਦੇ ਅੰਦਰ ਪ੍ਰਵੇਸ਼ ਹੋਇਆ। ਪਹੁੰਚੇ ਚਰਨ ਬੰਦਨਾ ਕੀਨੀ। ਗੁਰੂ ਹਜ਼ੂਰੀ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ। ਹਾਤੀ ਧਨ ਆਗੇ ਧਰ ਦੀਨੇ। ਤੇ ਮਾਇਆ ਦੀ ਥੈਲੀ ਸਤਿਗੁਰਾਂ ਦੇ ਅੱਗੋਂ ਰੱਖੀ ਹੈ। ਗੁਰ ਆਏ ਸਾ ਕੋਲੇ ਕਰ ਬੈਸਾ। ਸਤਿਗੁਰਾਂ ਦੀ ਆਗਿਆ ਪਾ ਕੇ ਭੀਮ ਚੰਦ ਬੈਠ ਗਿਆ। ਵੇਖ ਸਰੂਪ ਪੂਰਨ ਸਸ ਜੈਸਾ। ਤੇ ਸਤਿਗੁਰਾਂ ਦਾ ਸਰੂਪ ਵੇਖਿਆ ਭੀਮ ਚੰਦ ਨੇ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ, 16 ਕਲਾਂ ਸੰਪੰਨ ਚੰਦਰਮਾ ਰੌਸ਼ਨੀ ਕਰਦਾ ਤੇ ਪ੍ਰਕਾਸ਼ਦਾ, ਇਉਂ ਕਲਗੀਆਂ ਵਾਲੇ ਸਤਿਗੁਰਾਂ ਦਾ ਚਿਹਰਾ ਪ੍ਰਕਾਸ਼ ਰਿਹਾ ਹੈ। ਜਮੂ ਸਰਬ ਅਰ ਪੁੰਜ ਮੁਸਾਹਿਬ। ਸਾਰੀ ਫੌਜ ਭੀਮ ਚੰਦ ਦੀ ਤੇ ਭੀਮ ਚੰਦ ਦੇ ਜਿਹੜੇ ਮੁਸਹਿਬ ਹੈ, ਜਿਹੜੇ ਸਭਾ ਸਾਧ ਹੈ, ਧਨ ਧਰ ਨਮੋ ਕਰਹਿ ਗੁਰ ਸਾਹਿਬ। ਉਹ ਵੀ ਸਤਿਗੁਰਾਂ ਦੇ ਅੱਗੋਂ ਧਨ ਭੇਟਾ ਕਰਕੇ ਤੇ ਗੁਰੂ ਚਰਨਾਂ ਤੇ ਨਮਸਕਾਰਾਂ ਕਰਦੇ ਹੈ। ਯਥਾ ਜੋਗ ਥਿਰ ਹੋਇ ਕਰ ਸਾਰੇ। ਜਥਾ ਉਚਿਤ ਸਾਰਿਆਂ ਨੇ ਹੀ ਸਥਿਰ ਹੋਣਾ ਕੀਤਾ। ਜਥਾ ਉਚਿਤ ਸਾਰੇ ਹੀ ਜਿਹੜੇ ਹੈ ਉਹ ਬੈਠ ਗਏ ਹੈ। ਕੇਤਕ ਠਾਂਡੇ ਦਰਸ ਨਿਹਾਰੇ। ਤੇ ਕਿਤਨੇ ਕੁ ਜਿਹੜੇ ਹੈ ਉਹ ਖਲੋ ਕੇ ਦਰਸ਼ਨ ਕਰ ਰਹੇ ਹੈ। ਬਹੁਤੇ ਬੈਠ ਗਏ ਹੈ ਪਰ ਕਈ ਖਲੋ ਕੇ ਦਰਸ਼ਨ ਕਰ ਰਹੇ ਹੈ। ਕੁਸ਼ਲ ਪ੍ਰਸ਼ਨ ਕਲਗੀ ਧਰ ਕੀਨਾ। ਸਤਿਗੁਰਾਂ ਨੇ ਭੀਮ ਚੰਦ ਨੂੰ ਸੁਖ ਕਲਿਆਣ ਪੁੱਛੀ ਹੈ। ਹਾਥ ਜੋਰ ਭੂਪਤ ਕਹਿ ਦੀਨਾ। ਤੇ ਭੂਪਤ ਭੀਮ ਚੰਦ ਰਾਜੇ ਨੇ ਹੱਥ ਜੋੜ ਕੇ ਆਪਣੀ ਸੁਖ ਕਲਿਆਣ ਕਹੀ ਹੈ, ਗੁਰਾਂ ਨੂੰ ਦੱਸੀ ਹੈ। ਗਿਰ ਰਾਜਨ ਕੇ ਅਨਕ ਪ੍ਰਸੰਗ। ਪਹਾੜੀ ਰਾਜਿਆਂ ਦੇ ਅਨੇਕਾਂ ਜਿਹੜੇ ਪ੍ਰਸੰਗ ਹੈ। ਕੌਣ ਪ੍ਰਭ ਪੁਛੇ ਜਿਸ ਜਿਸ ਢੰਗ। ਜਿਸ ਜਿਸ ਢੰਗ ਤਰੀਕੇ ਦੇ ਨਾਲ ਬਾਕੀ ਪਹਾੜੀ ਰਾਜੇ ਹਨ, ਉਹ ਗੁਰਾਂ ਨੇ ਭੀਮ ਚੰਦ ਦੇ ਕੋਲੋਂ ਪੁੱਛਿਆ ਉਹਨਾਂ ਦੇ ਬਾਬਤ। ਕਿਤਕ ਰਾਜ ਦੂਨ ਜੋ ਕਹਿਲੂਰੰ। ਇਹ ਜਿਹੜੀ ਕਹਿਲੂਰ ਦੀ ਦੂਨ ਹੈ, ਇਹ ਕਿਤਕ ਰਾਜ, ਇਹਦੇ ਵਿੱਚ ਕਿੰਨੇ ਕੁ ਰਾਜ ਹਨ? ਭੂਪ ਕਟੋਚਨ ਕੋ ਕਿਤ ਭੂਰੰ। ਜਾਂ ਫਿਰ ਕਿਤਕ ਰਾਜ ਦੂਨ ਜੋ ਕਹਿਲੂਰੰ ਹੈ। ਕਹਿਲੂਰ ਦੂਨ ਦੇ ਰਾਜਨ ਭੀਮ ਚੰਦ। ਬਾਕੀ ਰਾਜ ਜਿਹੜੇ ਉਹਨਾਂ ਦੇ ਸੰਬੰਧੀ ਵੀ ਦੱਸਣਾ ਕਰੋ ਕਿ ਭੂਪ ਕਟੋਚਨ ਕੋ ਕਿਤ ਭੂਰੰ। ਜਿਹੜੇ ਕਟੋਚੀਏ ਰਾਜੇ ਹਨ, ਇਹ ਪਹਾੜੀ ਰਾਜੇ, ਉਹ ਕਿੰਨੇ ਕੁ ਵੱਡੇ ਰਾਜੇ ਹਨ, ਉਹਨਾਂ ਦੇ ਸੰਬੰਧੀ ਦੱਸਣਾ ਕਰੋ। ਜਸੋ ਵਾਰੀਆ ਔਰ ਗੁਲੇਰੂ। ਫਿਰ ਜਿਹੜਾ ਜਸਵਾਰੀਆ ਰਾਜਾ, ਉਹਦੇ ਕੋਲ ਕਿੰਨਾ ਕੁ ਰਾਜ ਹੈ। ਫਿਰ ਜਿਹੜਾ ਗੁਲੇਰੀਆ ਹੈ ਰਾਜਾ, ਉਹਦੇ ਕੋਲ ਕਿੰਨਾ ਕੁ ਰਾਜ ਹੈ, ਉਹ ਕਿਤਨਾ ਕੁ ਰਾਜ ਕਰਦਾ ਹੈ।
ਵਿਜੜ ਵਾਲੀਆ ਬਹੁਰ ਚੰਦੇਰੂ। ਫਿਰ ਵਿਜੜ ਵਾਲੀਆ ਤੇ ਚੰਦੇਰੂ ਇਹ ਪਹਾੜੀ ਰਾਜਿਆਂ ਦੀਆਂ ਵੱਖ-ਵੱਖ ਰਿਆਸਤਾਂ ਹਨਗੀਆਂ। ਜਸੋਵਾਰੀਏ, ਵਿਜੜ ਵਾਲੀਏ, ਗੁਲੇਰੀਏ, ਚੰਦੇਰੂਏ। ਸੋ ਸਤਿਗੁਰਾਂ ਨੇ ਇਹ ਸਾਰਿਆਂ ਦੇ ਬਾਬਤ, ਕਟੋਚੀਆਂ ਦੇ ਬਾਬਤ, ਸਾਰਿਆਂ ਦੇ ਬਾਬਤ ਭੀਮ ਚੰਦ ਕੋਲੋਂ ਪੁੱਛਿਆ। ਇਸ ਤੇ ਆਦਿਕ ਰਾਜ ਪਹਾਰੀ। ਇਹਨਾਂ ਦੇ ਆਦ ਹੋਰ ਵੀ ਜਿਹੜੇ ਪਹਾੜ ਦੇ ਰਾਜੇ ਹਨ। ਗੁਰ ਬੂਜਨ ਨ੍ਰਿਪ ਸਕਲ ਉਚਾਰੀ। ਸਤਿਗੁਰਾਂ ਦੇ ਪੁੱਛਣ ਤੋਂ ਭੀਮ ਚੰਦ ਨੇ ਸਾਰਾ ਜਿਹੜਾ ਹਾਲਾਤ ਹੈ, ਪਹਾੜੀ ਰਾਜਿਆਂ ਦਾ ਹਵਾਲਾ ਹੈ, ਉਹ ਸਾਰਾ ਗੁਰਾਂ ਨੂੰ ਦੱਸਿਆ। ਕੌਣ ਬੋਲਿਓ ਜੇ ਵਸਤ ਅਜਾਇਬ। ਤੇ ਸਤਿਗੁਰਾਂ ਦੇ ਪੁੱਛਣ ਤੋਂ ਪਹਾੜੀ ਰਾਜਿਆਂ ਦੇ ਬਾਬਤ ਦੱਸ ਕੇ ਤੇ ਫਿਰ ਸਤਿਗੁਰਾਂ ਨੂੰ ਪੁੱਛਦਾ ਹੈ, ਹੇ ਸਤਿਗੁਰੂ ਜੀ, ਜਿਹੜੀਆਂ ਅਜੀਬ ਵਸਤੂਆਂ ਸੁਣੀ ਅਨੇਕਾ ਅਹ ਢਿਗ ਸਾਹਿਬ। ਮੈਂ ਸੁਣਿਆ ਆਪ ਜੀ ਦੇ ਕੋਲ ਬਹੁਤ ਅਸਚਰਜ ਭਰੀਆਂ ਤੇ ਅਦੁੱਤੀ ਵਸਤੂਆਂ ਹਨ। ਕਿਰਪਾ ਕਰਹੁ ਸੋ ਹਮਹਿ ਦਿਖਾਵਹੁ। ਤੇ ਕਿਰਪਾ ਕਰੋ ਉਹ ਅਜੀਬ ਵਸਤੂਆਂ ਸਾਨੂੰ ਵੀ ਵਿਖਾਓ, ਮੈਨੂੰ ਵੀ ਦਰਸ਼ਨ ਕਰਾਓ। ਬਾਂਸ਼ਤ ਹੁਤੇ ਸੋ ਅਬਹਿ ਅਨਾਵਹੁ। ਬਾਂਸ਼ਤ ਹੋਤੇ, ਜਿਨ੍ਹਾਂ ਨੂੰ ਵੇਖਣ ਦੀ ਬੜੀ ਬਾਂਛਾ ਸੀ, ਬੜੀ ਇੱਛਾ ਸੀ ਮੇਰੀ। ਹੁਣ ਆਪ ਜੀ ਦੇ ਕੋਲ ਆਏ ਹਾਂ ਤੇ ਉਹ ਅਜੀਬ ਵਸਤੂਆਂ ਦੀ ਬੜੀ ਮਹਿਮਾ ਵੀ ਸੁਣੀ ਹੈ। ਤੇ ਕਿਰਪਾ ਕਰੋ ਤੇ ਕੋਸ਼ਕਾਰ ਨੂੰ ਕਹਿ ਕੇ ਮੰਗਾ ਕੇ ਮੈਨੂੰ ਵਿਖਾਓ। ਸ਼੍ਰੀ ਕਲਗੀਧਰ ਹੁਕਮ ਬਖਾਨਾ। ਸੁਣ ਕੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਹੁਕਮ ਕੀਤਾ। ਆਨਹੁ ਚੌਂਕੀ ਅਜਬ ਮਹਾਨਾ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੀ ਅਜਬ, ਅਸਚਰਜ, ਅਜੀਬੋ ਗਰੀਬ ਜਿਹੜੀ ਚੌਂਕੀ ਹੈ ਉਹ ਲੈ ਕੇ ਆਓ। ਪੰਚ ਕਲਾ ਸ਼ਸਤਰ ਆਬ ਲਿਆਵਹੁ। ਤੇ ਪੰਚ ਕਲਾ ਸ਼ਸਤਰ ਵੀ ਭਾਈ ਲਿਆਓ। ਪੁਰਹ ਆਸ ਇਨ ਸਕਲ ਦਿਖਾਵਹੁ। ਸਾਰੀਆਂ ਵਸਤੂਆਂ ਭੀਮ ਚੰਦ ਨੂੰ ਵਿਖਾ ਕੇ ਇਹਦੀ ਆਸ, ਇਹਦੀ ਮਨਸ਼ਾ ਪੂਰੀ ਕਰ ਦਿਓ। ਕੋਸ਼ਪਤੀ ਸੁਨ ਕੈ ਤਤਕਾਲਾ। ਤੇ ਕੋਸ਼ਪਤੀ ਨੇ, ਕੋਸ਼ਕਾਰ ਖਜ਼ਾਨਚੀ ਨੇ ਜਦੋਂ ਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਤਤਕਾਲ ਛੇਤੀ ਨਾਲ ਆਨ ਧਰੇ ਗੁਰ ਅਗਰ ਸੰਭਾਲਾ। ਸਤਿਗੁਰਾਂ ਦੇ ਅੱਗੋਂ ਸੰਭਾਲ ਕੇ ਧਰ ਦਿੱਤੇ ਐ, ਰੱਖ ਦਿੱਤੇ ਐ। ਚੌਂਕੀ ਕਾਲ ਦਾਬੀ ਜਬ ਪੂਰਬ। ਤੇ ਜਦੋਂ ਪਹਿਲਾਂ ਚੌਂਕੀ ਦੀ ਜਿਹੜੀ ਕਲ ਹੈ, ਭਾਵ ਜਿਹੜਾ ਚੌਂਕੀ ਨੂੰ ਲੱਗਾ ਹੋਇਆ ਸੁੱਚ ਬਟਨ ਹੈ, ਉਹ ਦੱਬਿਆ। ਨਿਕਸੇ ਪੁਤਲੀ ਪਿਖੀ ਅਪੂਰਬ। ਤੇ ਚੌਂਕੀ ਦੇ ਵਿੱਚੋਂ ਹੀ ਪੁਤਲੀਆਂ ਨਿਕਲੀਆਂ ਹਨ, ਜਿਹੜੀਆਂ ਅਪੂਰਵ ਹਨ, ਨਵੀਆਂ ਤੇ ਅਸਚਰਜ ਭਰੀਆਂ। ਕਿਉਂਕਿ ਜਿਹੜਾ ਅਸਾਮ ਨਰੇਸ਼ ਰਤਨ ਰਾਏ ਵਸਤੂਆਂ ਲੈ ਕੇ ਆਇਆ, ਜੈਸੇ ਚੌਂਕੀ ਹੈ, ਜਾਂ ਇੱਕ ਕਟੋਰਾ ਵੀ ਲਿਆਇਆ ਸੀ, ਤਿਲਸਮੀ ਕਟੋਰਾ ਲੈ ਕੇ ਆਇਆ ਸੀ, ਕਿਉਂਕਿ ਕਾਮਰੂਪ ਦੇਸ਼ ਉਹਦੇ ਨਿਕਟ ਪੈਂਦਾ ਸੀ ਰਤਨ ਰਾਏ ਦੇ। ਤੇ ਕਾਮਰੂਪ ਦੇਸ਼ ਜਿਹੜਾ ਹੈ ਉਹਦੇ ਵਿੱਚ ਇਹ ਤਿਲਸਮੀ ਜਿਹੜੇ ਜੰਤਰ ਮੰਤਰ ਲੋਕ ਬਹੁਤ ਜਾਣਦੇ ਸਨ। ਉਹੋ ਹੀ ਦੇਸ਼ ਸੀ ਜਿੱਥੇ ਭਾਈ ਮਰਦਾਨੇ ਨੂੰ ਕਦੇ ਭੇਡੂ ਬਣਾਇਆ ਸੀ ਉੱਥੋਂ ਦੀਆਂ ਇਸਤਰੀਆਂ ਨੇ। ਉਹੀ ਦੇਸ਼ ਸੀ ਜਿੱਥੇ ਬਿਸ਼ਨ ਸਿੰਘ ਤੋਂ ਪ੍ਰਥਮ ਮਾਨ ਸਿੰਘ ਜਦੋਂ ਚੜ੍ਹ ਕੇ ਗਿਆ ਸੀ ਤੇ ਦੇਸ਼ ਵਾਸੀਆਂ ਨੇ ਅਨੇਕ ਐਸੀਆਂ ਜਾਦੂਗਰੀ ਤਾਕਤਾਂ ਨਾਲ ਉਹਨੂੰ ਮਾਰ ਦਿੱਤਾ ਸੀ। ਬਿਸ਼ਨ ਸਿੰਘ ਨੂੰ ਵੀ ਮਾਰਨਾ ਚਾਹਿਆ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਰਖਵਾਲੇ ਸਨ ਤੇ ਜਿਹਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕਾ ਕੋਈ। ਬਿਸ਼ਨ ਸਿੰਘ ਦਾ ਵਾਲ ਵੀ ਵਿੰਗਾ ਨਹੀਂ, ਇਹ ਤਿਲਸਮੀ ਤਾਕਤਾਂ ਕਰ ਪਾਈਆਂ। ਸੋ ਉਸ ਦੇਸ਼ ਦੇ ਵਿੱਚੋਂ ਇਹ ਵਸਤੂਆਂ ਰਤਨ ਰਾਏ ਲੈ ਕੇ ਆਇਆ ਸੀ ਤੇ ਉਹਨਾਂ ਵਿੱਚੋਂ ਇੱਕ ਚੌਂਕੀ ਸੀ
ਬੜੀ ਅਜੀਬੋ ਗਰੀਬ, ਜਿਹਦੀ ਕਲ ਨੱਪੀਆਂ ਪੁਤਲੀਆਂ ਨਿਕਲਦੀਆਂ, ਗੁਰਾਂ ਨੱਪੀ ਤੇ ਨਿਕਲੀਆਂ, ਐਸੀਆਂ ਪੁਤਲੀਆਂ ਅਪੂਰਵ ਨਵੀਆਂ ਅਸਚਰਜਤਾ ਭਰੀਆਂ। ਕਹਿ ਕਰ ਮਹਿ ਡਲ ਦੇ ਤਰੁੜਾਈ, ਤੇ ਹੱਥਾਂ ਦੇ ਵਿੱਚ ਉਹਨਾਂ ਨੇ ਪਾਸੇ ਫੜੇ ਆ ਤੇ ਘੁਮਾ ਕੇ ਸੁੱਟਦੀਆਂ ਹਨ ਪੁਤਲੀਆਂ। ਜਿਵੇਂ ਕੋਈ ਆਦਮੀ ਬੈਠ ਕੇ ਦਿਊਤ ਕ੍ਰੀੜਾ ਖੇਡ ਰਹੇ ਹੋ ਨਾ, ਤੇ ਉਹ ਪਾਸੇ ਘੁਮਾ ਘੁਮਾ ਕੇ ਸੁੱਟਦੇ ਆ ਤੇ ਫਿਰ ਨਰਦਾਂ ਨੂੰ ਚਲਾਉਂਦੇ ਆ। ਇਸੇ ਤਰ੍ਹਾਂ ਉਹ ਪੁਤਲੀਆਂ ਪਾਸੇ ਘੁਮਾ ਕੇ ਸੁੱਟਦੀਆਂ ਹਨ ਤੇ ਨਰਦਾਂ ਚਲਾਉਂਦੀਆਂ। ਚਲਹਿ ਚਾਲ ਸੇਵਕ ਦਿਖਰਾਈ, ਤੇ ਚਾਲਾਂ ਚੱਲਦੀਆਂ ਹਨ ਪੁਤਲੀਆਂ ਦਿਊਤ ਦੀਆਂ, ਸ਼ਤਰੰਜ ਦੀਆਂ, ਤੇ ਸਮੂਹ ਦਾਸ ਸੇਵਕ ਵੇਖ ਰਹੇ ਹਨ। ਇਹ ਭੀਮ ਚੰਦ ਵੀ ਤੱਕ ਰਿਹਾ ਹੈ। ਭੀਮ ਚੰਦ ਆਨੰਦ ਬਿਲੰਦ, ਵੇਖ ਕੇ ਬਹੁਤ ਆਨੰਦਿਤ ਹੋਇਆ ਭੀਮ ਚੰਦ। ਅਦਭੁਤ ਦੇਖਤ ਮਤ ਬਿਸਮੰਦਾ, ਇਹ ਅਦਭੁਤ ਅਦੁੱਤੀ ਅਜੀਬੋ ਗਰੀਬ, ਇਹ ਵੇਖ ਕੇ ਤੇ ਬਹੁਤ ਬਿਸਮੰਦਾ, ਬਿਸਮੈ ਹੋਇਆ, ਹੈਰਾਨ ਹੋਇਆ। ਓਨ ਕਲ ਦਾਬ ਸ਼ਸਤਰ ਦਿਖਰਾਇਓ, ਫਿਰ ਸਤਿਗੁਰਾਂ ਨੇ ਪੰਚਕਲਾ ਸ਼ਸਤਰ ਦਾ ਜਿਹੜਾ ਕਲ ਹੈ, ਜਿਹੜਾ ਘੋੜਾ ਭਾਵ ਸੁੱਚ ਹੈ, ਉਹਨੂੰ ਦੱਬਿਆ ਤੇ ਉਹ ਦੱਬ ਕੇ ਵਿਖਾਇਆ। ਸ਼ਕਤ ਤਮਾਂਚਾ ਖੜਗ ਬਨਾਇਓ, ਜਿਹਦੇ ਵਿੱਚੋਂ ਸ਼ਕਤੀ ਬਰਸ਼ੀ ਨਿਕਲੀ ਹੈ, ਫਿਰ ਤਮਾਚਾ ਬਣਿਆ, ਪਿਸਤੌਲ ਬਣਿਆ, ਫਿਰ ਤਲਵਾਰ ਬਣ ਗਈ, ਇਸੇ ਤਰ੍ਹਾਂ ਫਿਰ ਕਟਾਰ ਬਣ ਗਈ। ਉਹ ਪੰਜ ਸ਼ਸਤਰਾਂ ਦੇ ਰੂਪ ਪੰਚਕਲਾ ਸ਼ਸਤਰ ਵਿੱਚੋਂ ਵਿਖਾਏ ਹੈ। ਤੇ ਵੇਖ ਕੇ ਭੀਮ ਚੰਦ ਬਹੁਤ ਅਸਚਰਜ ਹੋ ਰਿਹਾ, ਹੈਰਾਨ ਹੋ ਰਿਹਾ। ਇਉਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਭੀਮ ਚੰਦ ਬੈਠਾ ਤੇ ਸਤਿਗੁਰਾਂ ਦੇ ਕੋਲ ਜੋ ਅਦੁੱਤੀ ਵਸਤੂਆਂ ਸੁਣੀਆਂ ਸਨ, ਉਹਨਾਂ ਨੂੰ ਵੇਖ ਵੇਖ ਹੈਰਾਨ ਹੋ ਰਿਹਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਓਨ ਕਲ ਦਾਬ ਸ਼ਸਤਰ ਦਿਖਰਾਇਓ, ਸ਼ਕਤ ਤਮਾਂਚਾ ਖੜਗ ਬਨਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।